ਬਿਮਾਰੀਆਂ ਇਸ ਤਰ੍ਹਾਂ ਦੀਆਂ ਨੇ ਜਾਂ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਨੂੰ ਕਿ ਆਪ ਸੈਂਪਲ ਦੇਖਣੇ ਪੈਂਦੇ, ਜਿਹਦੇ ਲਈ ਸਾਡੇ ਜਿਹੜੇ ਮਾਹਰ ਨੇ, ਬਹੁਤ ਸਾਰੀਆਂ ਉੱਲੀਆਂ ਨੇ, ਬਹੁਤ ਸਾਰੀਆਂ ਜਿਹੜੀਆਂ ਤੁਹਾਡੀਆਂ ਉਹਨਾਂ ਦੀ ਬਿਮਾਰੀ ਕਰਕੇ ਉਹਨਾਂ ਕਰਕੇ ਹੁੰਦੀ ਜ਼ਿਆਦਾ ਕਰਕੇ। ਆਮ ਜਨਜੀਵਨ ਦੇ ਵਿੱਚ ਦੇਖਿਆ ਹੋਣਾ ਹੈ ਕਿ ਇਨਸਾਨਾਂ, ਪਸ਼ੂ ਪੰਛੀਆਂ ਅਤੇ ਜਾਨਵਰਾਂ ਦੇ ਲਈ ਹਸਪਤਾਲ ਹੁੰਦੇ ਨੇ, ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪੇੜ ਪੌਦਿਆਂ ਦਾ ਹਸਪਤਾਲ ਹੈ, ਜਿੱਥੇ ਕਿ ਪੇੜ ਪੌਦਿਆਂ ਦੀ ਬਿਮਾਰੀ ਨੂੰ ਲੈ ਕੇ ਜਿਹੜੀ ਜਾਂਚ ਕੀਤੀ ਜਾਂਦੀ ਹੈ, ਉਸ ਤੋਂ ਬਾਅਦ ਦੱਸਿਆ ਜਾਂਦਾ। ਔਰ ਗੱਲ ਕੀਤੀ ਜਾਵੇ ਤਾਂ ਕਿਸਾਨ ਆਪਣੇ ਉਹਨਾਂ ਪੇੜ ਪੌਦਿਆਂ ਨੂੰ, ਚਾਹੇ ਉਹ ਫਲਾਂ ਦੇ ਨੇ ਅਤੇ ਚਾਹੇ ਸਬਜ਼ੀਆਂ ਦੇ ਨੇ, ਉਹਨਾਂ ਦੇ ਜਿਹੜੇ ਕ੍ਰੌਪਸ ਲੈ ਕੇ ਆਉਂਦੇ ਨੇ ਔਰ ਇਸ ਪ੍ਰਯੋਗਸ਼ਾਲਾ ਦੇ ਵਿੱਚ ਦਿੱਤੇ ਜਾਂਦੇ ਆ, ਜਿਸ ਤੋਂ ਬਾਅਦ ਜਾਂਚ ਹੁੰਦੀ ਹੈ ਔਰ ਉਹਨਾਂ ਨੂੰ ਉਸ ਬਿਮਾਰੀ ਦਾ ਪਤਾ ਲੱਗਦਾ ਹੈ। ਔਰ ਇਹ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਦੇਖ ਸਕਦੇ ਹੋ ਕਿ ਇਹ ਕ੍ਰੌਪਸ ਰੱਖੇ ਹੋਏ ਨੇ, ਫਲਾਂ ਦੇ ਨੇ, ਸਬਜ਼ੀਆਂ ਦੇ ਨੇ। ਔਰ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਕਿਸਾਨ ਇਸ ਨੂੰ ਲੈ ਕੇ ਆਉਂਦੇ ਨੇ ਔਰ ਇਹਨਾਂ ਕ੍ਰੌਪਸ ਨੂੰ ਰੱਖਿਆ ਗਿਆ ਹੈ, ਕਿਉਂਕਿ ਸਟੂਡੈਂਟਸ ਵੀ ਇੱਥੇ ਆ ਕੇ ਇਸ ਚੀਜ਼ ਨੂੰ ਦੇਖਦੇ ਨੇ। ਔਰ ਇਹ ਤਸਵੀਰ ਤੁਹਾਨੂੰ ਮਾਈਕਰੋਸਕੋਪ ਦੀ ਤਸਵੀਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ, ਜਿੱਥੇ ਸਾਰਾ ਜਾਂਚਿਆ ਜਾਂਦਾ ਹੈ। ਆਖਿਰ ਜਿਹੜੇ ਕ੍ਰੌਪਸ ਲਏ ਜਾਂਦੇ ਨੇ, ਪੱਤੇ ਨੂੰ ਵੀ ਦੇਖ ਕੇ ਦੱਸਿਆ ਜਾਂਦਾ ਕਿ ਕਿਉਂਕਿ ਪੱਤੇ ਵੀ ਜਿਹੜੇ ਝੜਦੇ ਨੇ ਪੇੜਾਂ ਤੋਂ, ਤਾਂ ਉਸ ਨੂੰ ਲੈ ਕੇ ਵੀ ਜਿਹੜਾ ਦੇਖਿਆ ਜਾਂਦਾ ਹੈ ਕਿ ਕੀ ਝੜਨ ਦਾ ਕਾਰਨ ਕੀ ਹੈ, ਉਸ ਨੂੰ ਵੀ ਜਾਂਚਿਆ ਜਾਂਦਾ ਔਰ ਹਰ ਚੀਜ਼ ਨੂੰ ਦੇਖਿਆ ਜਾਂਦਾ। ਔਰ ਦੇਖ ਸਕਦੇ ਹੋ ਕਿ ਲੈਬੋਰੇਟਰੀ ਦੇ ਵਿੱਚ ਜਿੱਥੇ ਐਕਸਰਾ ਕੀਤਾ ਜਾਂਦਾ ਔਰ ਇਸ ਦੇ ਵਿੱਚ ਸਾਰੀ ਜਿਹੜੀ ਜਾਂਚ ਹੈ ਉਹ ਕੀਤੀ ਜਾਂਦੀ ਹੈ। ਇਸ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਵੱਖ-ਵੱਖ ਕਿਸਮ ਦੇ ਜਿਹੜੇ ਪੱਤੇ ਵੀ ਰੱਖੇ ਹੋਏ ਨੇ ਔਰ ਕ੍ਰੌਪਸ ਵੀ ਰੱਖੇ ਹੋਏ ਨੇ, ਔਰ ਉਸ ਦੇ ਵਿੱਚ ਦੱਸ ਦਈਏ ਕਿ ਫਲਾਂ, ਸਬਜ਼ੀਆਂ ਅਤੇ ਹੋਰਨਾਂ ਵਸਤੂਆਂ ਦੇ ਗੱਲ ਕਰੀਏ ਤਾਂ ਕ੍ਰੌਪਸ ਰੱਖੇ ਹੋਏ ਨੇ, ਜਿੱਥੇ ਕਿ ਜਾਂਚ ਕੀਤੀ ਜਾਂਦੀ ਹੈ। ਸਾਡੇ ਨਾਲ ਡਾਕਟਰ KB ਸਿੰਘ ਨੇ, ਗੱਲਬਾਤ ਕਰਾਂਗੇ ਜਿਹੜੇ ਮਾਹਰ ਨੇ। ਸਰ, ਸਭ ਤੋਂ ਪਹਿਲਾਂ ਗਲੋਬਲ ਪੰਜਾਬ TV 'ਤੇ ਤੁਹਾਡਾ ਸਵਾਗਤ ਹੈ ਜੀ। ਹਾਂਜੀ, ਇਸ ਤਰ੍ਹਾਂ ਜੀ, ਸਾਡੇ ਕੋਲ ਇੱਥੇ ਪਲਾਂਟ ਕਲੀਨਿਕ ਹੈਗੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ। ਇਹ ਕਿਸਾਨਾਂ ਦੇ ਲਈ ਪੌਦਾ ਰੋਗ ਹਸਪਤਾਲ ਅਸੀਂ ਕਹਿੰਦੇ ਹਾਂ। ਔਰ ਜਿਹੜੇ ਵੀ ਕਿਸਾਨ ਸਾਡੇ ਨਾਲ ਫੋਨ 'ਤੇ ਗੱਲ ਕਰਦੇ ਆ, ਕਈ ਵਾਰ ਕੀ ਹੁੰਦਾ, ਅਸੀਂ ਉਹਨਾਂ ਨੂੰ ਫੋਨ ਦੇ ਉੱਤੇ ਲਾਈਵ ਸੈਂਪਲ ਲੈ ਲੈਂਦੇ ਹਾਂ ਜਾਂ ਸਾਨੂੰ ਕਿਸੇ ਵੀ ਮੈਸੇਜ ਰਾਹੀਂ, WhatsApp ਰਾਹੀਂ ਭੇਜ ਦਿੰਦੇ ਆ। ਉਸ ਤੋਂ ਬਾਅਦ ਸਾਨੂੰ ਲੱਗਦਾ ਵੀ ਕਈ ਬਿਮਾਰੀਆਂ ਇਸ ਤਰ੍ਹਾਂ ਦੀਆਂ ਨੇ ਜਾਂ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਨੂੰ ਕਿ ਆਪ ਸੈਂਪਲ ਦੇਖਣੇ ਪੈਂਦੇ, ਜਿਹਦੇ ਲਈ। ਇਸ ਲਈ ਸਾਡੇ ਕੋਲ ਜਿੰਨੇ ਵੀ ਕਿਸਾਨ ਆਉਂਦੇ ਨੇ ਜਾਂ ਅਸੀਂ ਉਹਨਾਂ ਨੂੰ ਸਾਦਾ ਦਿੰਦੇ ਹਾਂ ਵੀ ਭਾਈ ਇੱਥੇ ਸਾਨੂੰ ਮਿਲ ਕੇ ਜਾਓ, ਜਾਂ ਕਈ ਵਾਰ ਕੀ ਹੁੰਦਾ, ਉਹਨੂੰ ਕੋਈ ਸਮੱਸਿਆ ਆਉਂਦੀ ਖੇਤ ਦੇ ਵਿੱਚ, ਉਹ ਮਾਹਰਾਂ ਨਾਲ, ਖੇਤ ਵਾਲਿਆਂ ਨਾਲ ਗੱਲ ਕਰਦਾ। ਉਹ ਤੋਂ ਬਾਅਦ ਦੇ ਵਿੱਚ ਜਿਹੜੇ ਸਾਡੇ ਖੇਤੀਬਾੜੀ ਮਹਿਕਮੇ ਦੇ ਮਾਹਰ ਨੇ ਜਾਂ ਸਾਡੇ KVKਆਂ ਦੇ ਮਾਹਰ ਨੇ ਜਾਂ ਸਾਡੇ ਜ਼ਿਲ੍ਹਾ ਪਸਾਰ ਮਾਹਰ ਨੇ, ਉਹਨਾਂ ਨਾਲ ਗੱਲਾਂ ਬਾਤਾਂ ਕਰਨ ਤੋਂ ਬਾਅਦ ਕਈ ਵਾਰ ਕੀ ਹੁੰਦਾ, ਇਸ ਤਰ੍ਹਾਂ ਦੀਆਂ ਕਈ ਬਿਮਾਰੀਆਂ ਨਵੀਆਂ ਜਾਂ ਨਵੇਂ ਕੀੜੇ ਜਾਂ ਨਵੀਆਂ ਘਾਟਾਂ ਜਾਂ ਉਹ ਉਹਨਾਂ ਦੀ ਸਮਝ ਤੋਂ ਜਿਹੜੀ ਗੱਲ ਨਹੀਂ ਲੱਗਦੀ ਉਹਨਾਂ ਨੂੰ ਠੀਕ, ਫਿਰ ਸਾਡੇ ਕੋਲ ਭੇਜ ਦਿੰਦੇ ਸੈਂਪਲ। ਉਹ ਰੈਫਰਡ ਸੈਂਪਲ ਕਹਿੰਦੇ ਅਸੀਂ ਉਹਨਾਂ ਨੂੰ। ਸਰ, ਇਹ ਫਿਰ ਕਮੀ ਕੀ ਹੁੰਦੀ ਹੈ? ਮਿੱਟੀ ਦੀ ਉਪਜਾਊ ਸ਼ਕਤੀ 'ਚ ਕਮੀ ਹੁੰਦੀ ਹੈ, ਜਾਂ ਮਤਲਬ ਜਿਸ ਤਰੀਕੇ ਨਾਲ ਕਈ ਦੇਖਿਆ ਜਾਂਦਾ ਕਿ ਸੜਕਾਂ ਦੇ ਪੱਤੇ ਵੀ ਕਾਫੀ ਝੜੇ ਹੁੰਦੇ ਨੇ, ਉਸ ਨੂੰ ਲੈ ਕੇ ਵੀ ਸੈਂਪਲਿੰਗ ਜਿਹੜੀ ਤੁਹਾਡੇ ਕੋਲ ਆਉਂਦੀ ਹੈ, ਅਤੇ ਫਿਰ ਉਹਨੂੰ ਤੁਸੀਂ ਕਿੱਦਾਂ ਫਿਰ ਦੇਖਦੇ ਹੋ, ਕਿੱਦਾਂ ਉਹਨੂੰ ਸਾਰਾ ਇਹਨੂੰ ਵਾਚ ਕਰਦੇ ਹੋ? ਕਿਉਂਕਿ ਆਮ ਤੌਰ 'ਤੇ ਦੇਖਿਆ ਜਾਂਦਾ ਕਿ ਪੇੜ ਪੌਦੇ, ਸਬਜ਼ੀਆਂ ਦੇ ਔਰ ਫਲਾਂ ਦੇ ਕਈ ਤਰ੍ਹਾਂ ਦੀਆਂ ਜਿਹੜੀਆਂ ਕਿਸਮਾਂ ਦੀਆਂ ਫਸਲਾਂ ਹੈਗੀਆਂ ਨੇ, ਕਿਤੇ ਨਾ ਕਿਤੇ ਨੁਕਸਾਨੀਆਂ ਜਾਂਦੀਆਂ ਨੇ। ਦੇਖੋ ਜੀ, ਇਹ ਬਹੁਤ ਸਾਰੀਆਂ ਫਸਲਾਂ ਨੇ ਖੇਤੀਬਾੜੀ ਦੇ ਵਿੱਚ, ਖਾਸ ਕਰਕੇ ਜਿਵੇਂ ਹੁਣ ਤਾਂ ਮੇਨ ਆਪਣੇ ਕਣਕ ਝੋਨਾ ਜਿਸ ਤਰ੍ਹਾਂ ਹੈਗਾ, ਇਹ ਤੋਂ ਬਿਨਾਂ ਜਿੰਨੀਆਂ ਵੀ ਫਸਲਾਂ ਨੇ, ਫਸਲਾਂ ਭਾਵੇਂ ਇਹ ਤੋਂ ਬਿਨਾਂ ਸਬਜ਼ੀਆਂ ਨੇ, ਸਾਰੀਆਂ ਸਬਜ਼ੀਆਂ ਤਕਰੀਬਨ। ਇਸ ਤਰ੍ਹਾਂ ਹੀ ਜਿਹੜੇ ਬਾਗਬਾਨੀ ਦੇ ਬੂਟੇ ਹੈਗੇ ਆ, ਜਿਵੇਂ ਕਿੰਨੂ ਆ ਜ਼ਿਆਦਾ ਜਾਂ ਅਮਰੂਦ ਆ, ਜਿਹੜੀਆਂ ਸਮੱਸਿਆ ਜ਼ਿਆਦਾ ਆਉਂਦੀਆਂ ਨੇ। ਸੋ ਇਹ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ, ਖਾਸ ਕਰਕੇ ਦੋ ਤਰ੍ਹਾਂ ਦੀਆਂ ਆਉਂਦੀਆਂ ਨੇ। ਇੱਕ ਤਾਂ ਕੀੜਿਆਂ ਦੀ ਸਮੱਸਿਆ ਜ਼ਿਆਦਾ ਆਉਂਦੀ ਸਾਡੇ। ਕੀੜੇ ਜਿਹੜੇ ਸਾਡੇ ਆਉਂਦੇ, ਸਾਡੇ ਕੋਲ ਮਾਹਰ ਨੇ, ਉਹ ਇੱਥੇ ਜਿਹੜੇ ਮਾਹਰ ਸਾਡੇ ਬੈਠਦੇ ਨੇ, ਸਪੈਸ਼ਲਿਸਟ ਨੇ, ਉਹ ਆਪਣੇ ਸਾਰਾ ਐਨਾਲਿਸਿਸ ਕਰਕੇ ਦੇਖ ਕੇ, ਕਿਸਾਨ ਤੋਂ ਪੁੱਛ ਕੇ ਵੀ, ਔਰ ਜਿਹੜੇ ਉਹ ਲੈ ਕੇ ਸੈਂਪਲ ਲੈ ਕੇ ਆਇਆ ਹੁੰਦਾ ਉਹਨਾਂ ਨੂੰ ਟੈਸਟ ਕਰਕੇ ਵੀ, ਫਿਰ ਸਾਰਾ ਅਸੀਂ ਇੱਥੇ ਉਹਦਾ ਇੱਕ ਰਿਪੋਰਟ ਕਾਰਡ ਤਿਆਰ ਕਰਦੇ ਹਾਂ। ਉਹ ਤੋਂ ਬਾਅਦ ਦੇ ਵਿੱਚ ਫਿਰ ਕਿਸਾਨ ਨੂੰ ਜਿਹੜਾ ਸਿਫਾਰਿਸ਼ ਕੀਤੀ ਜਾਂਦੀ ਹੈ ਵੀ ਤੂੰ ਇਹ 'ਤੇ ਆਹ ਸਪਰੇਅ ਕਰ, ਜਾਂ ਇਹਨੂੰ ਇਸ ਤਰ੍ਹਾਂ ਕੰਟਰੋਲ ਕਰਨ ਵਾਸਤੇ ਆਹ ਤੂੰ ਤਰੀਕੇ ਵਰਤ ਸਕਦਾ ਵਾ। ਸੋ ਬਹੁਤ ਸਾਰੇ ਜਿਹੜੇ ਪੰਜਾਬ ਦੀਆਂ ਸਮੱਸਿਆਵਾਂ ਹੈਗੀਆਂ ਘਾਟਾਂ ਨਾਲ ਲਿੰਕ ਨੇ, ਕਿਉਂਕਿ ਜਦੋਂ ਖੇਤੀ ਦਾ ਕ੍ਰੋਪਿੰਗ ਸਿਸਟਮ ਵੱਧਦਾ ਜਾਂਦਾ, ਫਸਲਾਂ ਜ਼ਿਆਦਾ ਪੈਦਾਵਾਰ ਲੈਂਦੇ ਆਪਾਂ, ਤਾਂ ਜ਼ਮੀਨ ਦੀ ਜਿਹੜੀ ਸਿਹਤ ਆ ਉਹਦੇ 'ਚ ਬਹੁਤ ਪ੍ਰਕਾਰ ਦੇ ਘਾਟਾਂ ਆ ਰਹੀਆਂ ਨੇ। ਖਾਸ ਕਰਕੇ ਜਿੱਦਾਂ ਹੁਣ ਕਣਕ ਦੇ ਵਿੱਚ ਚੱਲਿਆ ਸੀਗਾ, ਬਹੁਤ ਜ਼ਿਆਦਾ ਮੈਗਨੀਜ਼ ਦੇ ਸੈਂਪਲ ਸਾਡੇ ਕੋਲ ਆਏ ਆ। ਇਸ ਤਰ੍ਹਾਂ ਝੋਨੇ 'ਚ ਜ਼ਿੰਕ ਦੇ ਸੈਂਪਲ ਆਉਂਦੇ ਰਹਿੰਦੇ ਆ।
ਔਰ ਇਹ ਤੋਂ ਬਾਅਦ ਜਿਹੜੀਆਂ ਬਿਮਾਰੀਆਂ ਨੇ ਖਾਸ ਕਰਕੇ ਹੁਣ ਕਣਕ ਦੇ ਵਿੱਚ ਜਿਵੇਂ ਅੱਜ ਮੌਸਮ ਚੱਲ ਰਿਹਾ ਜਿਸ ਤਰ੍ਹਾਂ ਸਾਡੇ ਕੋਲੇ ਰਿਪੋਰਟਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਵੀ ਬਹੁਤ ਸਾਰੀ ਯੈਲੋ ਰਸਟ ਦੇ ਸਸੈਪਟੀਬਿਲਿਟੀ ਜਿਹੜੀ ਹੈਗੀ ਆ ਆਉਣੀ ਸ਼ੁਰੂ ਹੋ ਗਈ ਹੈ ਕਈ ਇਲਾਕਿਆਂ ਦੇ ਵਿੱਚ ਮੌਸਮ ਦੇ ਅਨੁਸਾਰ। ਸੋ ਉਹ ਸਾਨੂੰ ਤਕਰੀਬਨ ਪਹਿਲਾਂ ਪਤਾ ਵੀ ਹੁੰਦਾ, ਕੁਛ ਅਸੀਂ ਅਲਰਟ ਵੀ ਕਰਦੇ ਹਾਂ, ਕਿਸਾਨਾਂ ਨੂੰ ਮੈਸੇਜ ਵੀ ਭੇਜਦੇ ਹਾਂ ਤਾਂ ਕਿ ਵੀ ਉਹ ਆਪਣਾ ਹੁਣ ਖੇਤ ਦਾ ਸਰਵੇਖਣ ਕਰਦੇ ਰਹਿਣ, ਬਿਮਾਰੀਆਂ ਦੇਖਦੇ ਰਹਿਣ। ਇਸੇ ਤਰ੍ਹਾਂ ਹੀ ਕੀੜੇ ਆ, ਬਹੁਤ ਸਾਰੇ ਕੀੜੇ ਨਵੇਂ ਵੀ ਆਏ ਆ, ਕਣਕ ਦੇ ਵਿੱਚ ਵੀ ਆਏ ਆ, ਮੱਕੀ ਦੇ ਵਿੱਚ ਵੀ ਆਏ ਨੇ। ਸੋ ਉਹ ਜਿਹੜੇ ਹੈਗੇ ਆ ਉਹ ਸਾਡੇ ਕੋਲ ਸਿੰਪਲ ਇਸ ਤਰ੍ਹਾਂ ਆਉਂਦੇ ਰਹਿੰਦੇ ਨੇ। ਫਾਰਮਰ ਸਾਡੇ ਕੋਲ ਜਦੋਂ ਆਉਂਦੇ ਆ ਉਦੋਂ ਮਤਲਬ ਸਾਡੇ ਕੋਲ ਉਹਨੇ ਉਦੋਂ ਹੀ ਆਉਣਾ ਹੁੰਦਾ ਜਦੋਂ ਉਹਦੀ ਸਮੱਸਿਆ ਦਾ ਹੱਲ ਬਾਹਰੋਂ ਕਿਤੇ ਨਹੀਂ ਨਿਕਲਦਾ, ਜਾਂ ਕਈ ਵਾਰ ਕੀ ਹੁੰਦਾ ਉਹ ਪੁੱਛ ਲੈਂਦਾ, ਤੁਹਾਡੇ ਜਿਹੜੇ ਡੀਲਰਾਂ ਤੋਂ ਪੁੱਛ ਕੇ ਆ ਜਾਂਦਾ, ਉਹਨਾਂ ਕੋਲੋਂ ਪਹਿਲਾਂ ਆਪਣੀ ਸਪਰੇਆਂ ਕਰਕੇ ਸਾਰਾ ਕੁਝ ਟੈਸਟ ਕਰਕੇ ਸਾਡੇ ਕੋਲ ਆਉਂਦਾ। ਜਿੱਦਾਂ ਆਪਾਂ ਬੰਦਾ ਬਿਮਾਰ ਹੁੰਦਾ ਉਦੋਂ ਬਾਅਦ ਦੇ ਵਿੱਚ ਆਪਾਂ ਖੀਰ ਪੀਜੀ ਲੈ ਕੇ ਜਾਂਦੇ ਹਾਂ ਉਹਨੂੰ। ਸਾਡੇ ਕੋਲ ਇਸ ਤਰ੍ਹਾਂ ਹੀ ਆ, ਪਹਿਲਾਂ ਆਪਣੇ ਟੋਟ ਕੇ ਸਾਰੇ ਵਰਤ ਕੇ ਆਉਂਦੇ ਬੰਦੇ, ਉਹ ਟੋਟ ਕੇ ਵਰਤ ਕੇ ਜਦੋਂ ਆਉਂਦਾ ਫਿਰ ਅਸੀਂ ਵੇਖਦੇ ਹਾਂ ਵੀ ਇਹ 'ਚ ਹੈ ਕੀ ਆ। ਉਹ ਲੱਭਣਾ ਬੜਾ ਮੁਸ਼ਕਿਲ ਹੋ ਜਾਂਦਾ, ਇਸ ਕਰਕੇ ਅਸੀਂ ਮਸ਼ੀਨਾਂ ਮਾਈਕਰੋਸਕੋਪ ਦੀ ਮਦਦ ਦੇ ਨਾਲ ਜਾਂ ਸਾਡੇ ਜਿਹੜੇ ਮਾਹਰ ਹੈਗੇ ਹੋਰ ਸਪੈਸ਼ਲਿਸਟ ਨੇ ਕਿਸੇ ਕ੍ਰੌਪ ਦੇ, ਉਹਨਾਂ ਨੂੰ ਸੱਦ ਕੇ ਉਹਨਾਂ ਨੂੰ ਵਿਖਾਉਂਦੇ ਹਾਂ। ਉਹ ਤੋਂ ਬਾਅਦ ਫਿਰ ਅਸੀਂ ਉਹਦਾ ਤਿਆਰ ਕਰਦੇ ਹਾਂ ਰਿਪੋਰਟ ਵੀ ਕੀ ਕਾਰਨ ਹੋ ਸਕਦਾ। ਹੁਣ ਜਿਵੇਂ ਸਰ ਇੱਥੇ ਮੈਂ ਦੇਖਿਆ ਕਿ ਪੱਤਾ ਸੀ, ਉਸ ਦੇ ਵਿੱਚ ਨਿਸ਼ਾਨ ਨਜ਼ਰ ਆ ਰਹੇ ਸੀਗੇ ਇੱਕ ਪੱਤੇ ਦੇ ਵਿੱਚ, ਉਸ ਨੂੰ ਅਗਰ ਤੁਸੀਂ ਜਾਂਚਦੇ ਹੋ ਫਿਰ ਉਹਦੀ ਬਿਮਾਰੀ ਫਿਰ ਕਿੱਦਾਂ ਮਤਲਬ ਲੱਭਦੇ ਹੋ ਤੁਸੀਂ? ਬਹੁਤ ਸਾਰਾ, ਕਿਉਂਕਿ ਸਾਡੇ ਕੋਲ ਬਿਮਾਰੀਆਂ ਦੇ ਜਿਹੜੇ ਮਹਿਕਮਾ ਹੈਗਾ ਪਲਾਂਟ ਪੈਥੋਲੋਜੀ ਡਿਪਾਰਟਮੈਂਟ ਸਾਡਾ, ਔਰ ਉਹਦੇ ਵਿੱਚ ਅਸੀਂ ਸਾਡੇ ਜਿਹੜੇ ਮਾਹਰ ਨੇ, ਬਹੁਤ ਸਾਰੀਆਂ ਉੱਲੀਆਂ ਨੇ, ਬਹੁਤ ਸਾਰੀਆਂ ਜਿਹੜੀਆਂ ਤੁਹਾਡੀਆਂ ਉਹਨਾਂ ਦੀ ਬਿਮਾਰੀ ਕਰਕੇ ਉਹਨਾਂ ਕਰਕੇ ਹੁੰਦੀ ਜ਼ਿਆਦਾ ਕਰਕੇ, ਜਾਂ ਫਫੂੰਦੀਆਂ ਹੁੰਦੀਆਂ ਨੇ। ਸੋ ਕਈ ਕਿਸਮਾਂ ਨੇ, ਬੈਕਟੀਰੀਆ ਵੀ ਹੋ ਸਕਦਾ, ਫੰਗਸ ਵੀ ਹੋ ਸਕਦੀ ਆ। ਸੋ ਹਰ ਚੀਜ਼ ਦਾ ਮਤਲਬ ਉਹ ਦੇਖਦੇ ਹਾਂ ਸਾਡੇ ਕੋਲ, ਕਿਉਂਕਿ ਅਸੀਂ ਜਦੋਂ ਐਡਵਾਂਸ ਹਰ ਕ੍ਰੌਪ 'ਤੇ ਪੜ੍ਹਾਈ ਕਰਦੇ ਹਾਂ, ਨਵੀਆਂ ਚੀਜ਼ਾਂ ਵੀ ਆਉਂਦੀਆਂ ਨੇ। ਜ਼ਰੂਰੀ ਨਹੀਂ ਕਿ ਪੁਰਾਣੀਆਂ ਚੀਜ਼ਾਂ ਆਉਂਦੀਆਂ, ਪੁਰਾਣੀਆਂ ਚੀਜ਼ਾਂ ਦਾ ਸਾਨੂੰ ਪਤਾ ਲੱਗ ਜਾਂਦੀ ਛੇਤੀ, ਪਰ ਜੇ ਨਵੀਂ ਚੀਜ਼ਾਂ ਆਉਂਦੀਆਂ ਉਹ ਨਵੀਆਂ ਚੀਜ਼ਾਂ ਵਾਸਤੇ ਫਿਰ ਅਸੀਂ ਹੋਰ ਖੋਜ ਕਰਨ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿਹੜੇ ਵਿਗਿਆਨੀ ਲੱਗੇ ਹੋਏ ਨੇ ਖੋਜ ਕਰਦੇ ਨੇ, ਉਹਨਾਂ ਮਾਹਰਾਂ ਨੂੰ ਫਿਰ ਅਸੀਂ ਉਹ ਭੇਜ ਦਿੰਦੇ ਹਾਂ ਸੈਂਪਲ, ਜਿਹੜੇ ਕਿਉਂਕਿ ਨਵੀਂ ਚੀਜ਼ ਹੁੰਦੀ ਆ। ਸੋ ਹਰ ਕੁਦਰਤ ਦਾ ਹਿਸਾਬ ਕਿਤਾਬ ਆ। ਸੋ ਇਹ ਕੁਦਰਤੀ ਤੌਰ ਦੇ ਉੱਤੇ ਕਈ ਵਾਰ ਬਿਮਾਰੀਆਂ ਦੀ ਜਿਹੜੀ ਹੈਗੀ ਆ ਉਹ ਇੱਕ ਰੇਸ ਤੋਂ ਦੂਜੀ ਰੇਸ ਤੋਂ ਤੀਜੀ ਰੇਸ ਬਦਲਦੀਆਂ ਰਹਿੰਦੀਆਂ ਨੇ। ਸੋ ਇਸ ਤਰ੍ਹਾਂ ਨੇਚਰ 'ਚ ਬਦਲਦੀਆਂ ਰਹਿੰਦੀਆਂ ਕਰਕੇ ਉਹਨਾਂ ਦੇ ਫਿਰ ਇਲਾਜ ਵੀ ਵੱਖਰੇ ਹੁੰਦੇ ਆ। ਸੋ ਕਈ ਨਵੀਆਂ ਕ੍ਰੌਪਸ ਦੇ ਵਿੱਚ ਜਿਹੜੀਆਂ ਨਵੀਆਂ ਸਮੱਸਿਆਵਾਂ ਆਉਂਦੀਆਂ ਨੇ, ਸੋ ਇਹ ਪੌਦਿਆਂ ਦਾ ਹਸਪਤਾਲ ਮੁੱਢਲਾ ਹਸਪਤਾਲ ਆ ਇੱਥੇ ਇੱਕ, ਅਤੇ ਇੱਥੇ ਤੁਹਾਨੂੰ ਆ ਕੇ ਇਹ ਤੋਂ ਬਾਅਦ ਵਿੱਚ ਤੁਹਾਨੂੰ ਅੱਗੇ ਜਾਣਾ ਪੈਂਦਾ। ਫਿਰ ਫਰਦਰ ਤੁਸੀਂ ਕਿਸੇ ਜੇ ਫਰਜ਼ ਕਰੋ ਸੋਚਦੇ ਹਾਂ ਅੰਗੂਰਾਂ ਦੀ ਸਮੱਸਿਆ ਕੋਈ ਆਈ ਆ, ਜਾਂ ਕਿੰਨੋ ਦੀ ਸਮੱਸਿਆ ਆ ਗਈ, ਜਾਂ ਅਮਰੂਦ ਦੀ ਸਮੱਸਿਆ ਕੋਈ, ਫਿਰ ਅਸੀਂ ਜਿਹੜਾ ਅਮਰੂਦ 'ਤੇ ਬੰਦਾ ਕੰਮ ਕਰਦਾ ਸਾਡਾ ਵਿਗਿਆਨੀ, ਉਹਦੇ ਕੋਲ ਭੇਜਦੇ ਹਾਂ, ਔਰ ਉਹਨੂੰ ਜਿਹੜਾ ਸਪੈਸੀਫਿਕ ਕਰਦਾ ਫਿਰ ਵੀ ਜਿਹੜੀ ਚੀਜ਼ ਨਹੀਂ ਪਤਾ ਲੱਗਦੀ ਸਾਨੂੰ। ਇਸੇ ਤਰ੍ਹਾਂ ਹੀ ਅੰਗੂਰਾਂ ਵਾਲਾ ਡਾਕਟਰ, ਫਿਰ ਹਰ ਚੀਜ਼ ਦਾ ਗਾਂ ਸਪੈਸ਼ਲਾਈਜੇਸ਼ਨ ਆ। ਸੋ ਜਿਹੜੀ ਸਪੈਸ਼ਲਾਈਜੇਸ਼ਨ ਆ ਇੱਥੋਂ ਫਿਰ ਅਸੀਂ ਜਿਹੜੀਆਂ ਰੈਫਰਡ ਸੈਂਪਲ ਕਰ ਦਿੰਦੇ ਹਾਂ, ਅੱਗੇ ਭੇਜ ਦਿੰਦੇ ਹਾਂ। ਫਿਰ ਉਸ ਤੋਂ ਬਾਅਦ ਰਿਪੋਰਟ ਤਿਆਰ ਹੋ ਕੇ ਆਉਂਦੀ ਹੈ ਮਹਿਕਮੇ ਤੋਂ, ਫਿਰ ਅਸੀਂ ਉਹ ਕਿਸਾਨ ਨੂੰ ਦਿੰਦੇ ਹਾਂ ਤਾਂ ਕਿ ਜਿਹੜਾ ਕਿਸਾਨ ਦੀ ਸਮੱਸਿਆ ਜਿਹੜੀ ਆ ਉਹਦਾ ਸਮਾਧਾਨ ਨਿਕਲ ਸਕੇ। ਸੋ ਕਈ ਵਾਰ ਕੀ ਹੁੰਦਾ, ਸਾਨੂੰ ਖੇਤਾਂ ਦੇ ਵਿੱਚ ਵੀ ਜਾਣਾ ਪੈਂਦਾ ਵਾ, ਜੋ ਸਮੱਸਿਆ ਕਿਸਾਨ ਲੈ ਕੇ ਸਾਡੇ ਕੋਲ ਆ ਜਾਂਦਾ ਵਾ, ਪਰ ਸਾਨੂੰ ਨਹੀਂ ਇੱਥੋਂ ਜ਼ਿਆਦਾ ਜਾਣਕਾਰੀ ਮਿਲਦੀ, ਤਾਂ ਫਿਰ ਸਾਡੇ ਵਿਗਿਆਨੀਆਂ ਦੀ ਟੀਮ ਬਣਦੀ ਹੈ ਇੱਕ ਪੂਰੀ। ਉਹ ਟੀਮ ਫਿਰ ਅਸੀਂ ਲੈ ਕੇ ਪਿੰਡਾਂ ਜਾਂਦੇ ਹਾਂ ਉੱਥੇ ਜਿੱਥੇ ਸਮੱਸਿਆ ਹੁੰਦੀ ਹੈ, ਔਰ ਉਹ ਟੀਮ ਫਿਰ ਪੂਰਾ ਦਾ ਪੂਰਾ ਜਿਹਦੇ 'ਚ ਕਈ ਤਰ੍ਹਾਂ ਦੇ ਵਿਗਿਆਨੀ ਹੁੰਦੇ ਨੇ, ਬਿਮਾਰੀਆਂ ਵਾਲੇ ਵੀ ਹੁੰਦੇ ਆ, ਕੀੜਿਆਂ ਵਾਲੇ ਵੀ ਹੁੰਦੇ ਨੇ, ਔਰ ਇਹਦੇ ਨਾਲ ਨਦੀਨਾਂ ਵਾਲੇ ਵੀ ਹੁੰਦੇ ਨੇ। ਸੋ ਅੱਡ ਤਰ੍ਹਾਂ ਦੇ ਵਿਗਿਆਨੀ ਫਿਰ ਜਾਂਦੇ ਆ ਖੇਤਾਂ ਦੇ ਵਿੱਚ। ਉਹ ਖੇਤਾਂ 'ਚ ਜਾ ਕੇ ਫਿਰ ਉਹ ਸਰਵੇਖਣ ਕਰਨ ਤੋਂ ਬਾਅਦ, ਫਿਰ ਉਹਦੀ ਜ਼ਿਮੀਂਦਾਰ ਨਾਲ ਡਿਸਕਸ਼ਨ ਕਰਨ ਤੋਂ ਬਾਅਦ, ਫਿਰ ਉਹਦਾ ਬੈਕ ਆ ਕੇ ਵਿਗਿਆਨੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਫਿਰ ਉਹਦੀ ਪੂਰੀ ਰਿਪੋਰਟ ਤਿਆਰ ਹੁੰਦੀ ਆ। ਸੋ ਇਹ ਸਾਡਾ ਮੇਨ ਮਕਸਦ ਇੱਥੇ ਇਹੀ ਆ ਪੰਜਾਬ ਦੇ ਵਿੱਚ, ਖਾਸ ਕਰਕੇ ਪੌਦਿਆਂ ਦਾ ਹਸਪਤਾਲ ਦਾ, ਬਈ ਜਿੰਨੇ ਵੀ ਤਰ੍ਹਾਂ ਦੇ ਆਪਣੀਆਂ ਕ੍ਰੌਪਸ ਹੈਗੀਆਂ ਨੇ, ਜਿੰਨੀਆਂ ਸਬਜ਼ੀਆਂ ਨੇ, ਜਿੰਨੇ ਵੀ ਫਲ ਹੈਗੇ ਨੇ, ਉਹਨਾਂ ਸਾਰਿਆਂ ਦੇ ਵਿੱਚ ਜੇ ਕੋਈ ਸਮੱਸਿਆ ਆਉਂਦੀ ਕਿਸਾਨ ਨੂੰ, ਤਾਂ ਉਹ ਸਮੱਸਿਆ ਸੈਂਪਲ ਲੈ ਕੇ ਸਾਡੇ ਕੋਲ ਆਉਂਦਾ ਔਰ ਆਵੇ। ਸਾਡੇ ਕੋਲ ਨੰਬਰ ਵੀ ਹੈਗਾ, ਸਾਡੇ ਨਾਲ ਕੰਟੈਕਟ ਵੀ ਕਰ ਸਕਦਾ। ਜਿਵੇਂ PIU ਦਾ ਸਾਡੇ ਕੋਲ 517 ਨੰਬਰ ਐਕਸਟੈਂਸ਼ਨ ਦੇ ਉੱਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਆ। ਇਸ ਤਰ੍ਹਾਂ ਸਾਡੇ WhatsApp ਨੰਬਰ ਆ ਸਾਡੇ ਵਿਗਿਆਨੀਆਂ ਦੇ, WhatsApp ਗਰੁੱਪ ਪਾਏ ਹੋਏ ਨੇ, KV ਕਹਿੰਦੇ ਨਾਲ ਸਾਡਾ ਅਟੈਚਮੈਂਟ ਹੈਗੀ ਆ। ਸੋ ਕਈ ਵਾਰ ਕੀ ਹੁੰਦਾ, ਸਾਡਾ ਸਮੱਸਿਆ ਉੱਥੇ ਮੌਕੇ 'ਤੇ ਖੇਤ 'ਚ ਹੀ ਹੱਲ ਕਰ ਲੈਂਦੇ ਹਾਂ। ਕਈ ਵਾਰ ਸਾਨੂੰ ਇੱਥੇ ਆਉਣਾ ਪੈਂਦਾ ਸੈਂਪਲ ਲੈ ਕੇ। ਇਸ ਤੋਂ ਬਾਅਦ ਜਿੱਦਾਂ ਹੁਣ ਤੁਸੀਂ ਮਿੱਟੀ ਦੀ ਗੱਲ ਕੀਤੀ ਆ, ਮਿੱਟੀ ਦੇ ਸੈਂਪਲ ਵੀ ਟੈਸਟ ਕਰਾਉਣੇ ਆ ਅਸੀਂ, ਇਸ ਤਰ੍ਹਾਂ ਹੀ ਪਲਾਂਟ ਦੇ ਸੈਂਪਲ ਟੈਸਟ ਕਰਵਾਉਂਦੇ ਆ। ਸੋ ਉਹ ਤੋਂ ਬਾਅਦ ਦੇ ਵਿੱਚ ਫਿਰ ਪੂਰੀ ਫਾਈਨਲ ਜਾਣਕਾਰੀ ਬਣਦੀ ਹੈ ਉਹਦੀ, ਉਹ ਰਿਪੋਰਟ ਅਸੀਂ ਕਿਸਾਨਾਂ ਨੂੰ ਦਿੰਦੇ ਹਾਂ ਤਾਂ ਕਿ ਕਿਸਾਨਾਂ ਦੀ ਜਿਹੜਾ ਕੋਈ ਜ਼ਿਆਦਾ ਆਰਥਿਕ ਨੁਕਸਾਨ ਨਾ ਹੋ ਸਕੇ। ਕਿਉਂਕਿ ਜ਼ਿਮੀਂਦਾਰ ਜਦੋਂ ਖੇਤੀ ਕਰਦਾ, ਉਹਨੂੰ ਜੇ ਇੱਕ ਕੋਈ ਬਿਮਾਰੀ ਆ, ਜਦੋਂ ਸਹੀ ਟਾਈਮ 'ਤੇ ਇਲਾਜ ਨਹੀਂ ਹੁੰਦਾ ਤਾਂ ਬਹੁਤ ਜ਼ਿਆਦਾ ਝਾਟ ਘੱਟ ਜਾਂਦਾ। ਸੋ ਇਹਦੇ ਨਾਲ ਫਾਇਦਾ ਬਹੁਤ ਹੁੰਦਾ।
ਖਾਸ ਕਰਕੇ ਜਿਹੜੀਆਂ ਹੁਣ ਨਵੀਆਂ ਸਮੱਸਿਆਵਾਂ ਆਉਂਦੀਆਂ ਨੇ ਉਹ ਇੱਕ ਘਾਟ ਦੇ ਨਾਲ ਦੋ ਘਾਟਾਂ ਤਿੰਨ ਘਾਟਾਂ ਜੁੜੀਆਂ ਹੋਈਆਂ ਹੁੰਦੀਆਂ। ਸੋ ਫਿਰ ਉਹ ਸਾਨੂੰ ਲੱਭਣਾ ਪੈਂਦਾ ਔਰ ਫਿਰ ਉਹ ਉਹਨਾਂ ਦੀ ਸਿਫਾਰਿਸ਼ ਕਰਦੇ ਹਾਂ ਅਸੀਂ ਲਿਖ ਕੇ। ਸਾਡੇ ਕੋਲ ਪੂਰਾ ਰਿਕਾਰਡ ਰੱਖਦੇ ਹਾਂ ਉਹਦੇ ਮੋਬਾਈਲ ਨੰਬਰ ਸਾਰਾ ਰਜਿਸਟਰ ਨੰਬਰ ਲਾ ਕੇ ਰੱਖਿਆ ਅਸੀਂ। ਸੋ ਉਹਦਾ ਪੂਰਾ ਕਿਸਾਨ ਦਾ ਰਿਕਾਰਡ ਰੱਖਦੇ ਹਾਂ ਅਤੇ ਉਹਦੇ ਨਾਲ ਦੀ ਨਾਲ ਫਿਰ ਜੇ ਕੋਈ ਸਮੱਸਿਆ ਆਉਂਦੀ ਨੰਬਰ ਵੀ ਦਿੰਦੇ ਹਾਂ ਉਹਨਾਂ ਨੂੰ ਵੀ ਜੇ ਤੁਹਾਡੀ ਸਮੱਸਿਆ ਹੱਲ ਹੋ ਗਈ ਤਾਂ ਸਾਨੂੰ ਦੱਸਿਓ, ਜੇ ਨਹੀਂ ਹੱਲ ਹੋ ਗਈ ਤਾਂ ਦੱਸਿਓ। ਸੋ ਇਸ ਤਰ੍ਹਾਂ ਉਹਨਾਂ ਨਾਲ ਕੰਟੈਕਟ ਰਹਿੰਦੇ ਆ, ਲਗਾਤਾਰ ਸਾਡਾ ਇਹ ਸਿਸਟਮ ਚੱਲਦਾ ਰਹਿੰਦਾ। ਸਵਾਲ ਇੱਕ ਤੁਹਾਡੇ ਕੋਲ ਹੋਰ ਹੈ, ਇੱਕ ਐਕਸਰਾ ਮਸ਼ੀਨ ਲਗਾਈ ਗਈ, ਐਕਸਰੇ ਮਸ਼ੀਨ ਦੇ ਵਿੱਚ ਫਿਰ ਕਿੱਦਾਂ ਉਹਦੀ ਜਾਂਚ ਕਰਦੇ? ਕਿਉਂਕਿ ਆਮ ਤੌਰ 'ਤੇ ਇਨਸਾਨੀ ਜਾਂ ਕਹਿ ਲਈਏ ਕਿ ਪੰਛੀਆਂ ਦੀ ਜਾਂ ਜਾਨਵਰਾਂ ਦੀ ਉਹ ਜਦੋਂ ਸਕੈਨ ਹੁੰਦਾ ਜਾਂ ਉਹਨਾਂ ਦਾ ਐਕਸਰਾ ਹੁੰਦਾ ਤਾਂ ਉੱਥੇ ਪਤਾ ਲੱਗ ਜਾਂਦਾ ਕਿ ਇਹਨੂੰ ਖੂਨ ਦੀ ਕਮੀ ਆ ਜਾਂ ਇਹਦਾ ਕੀ ਵਜ੍ਹਾ ਹੈ, ਅਤੇ ਇਹਦੇ ਵਿੱਚ ਫਿਰ ਤੁਸੀਂ ਕਿੱਦਾਂ ਜਾਂਚ ਕਰਦੇ? ਥੋੜ੍ਹਾ ਦਰਸ਼ਕਾਂ ਨੂੰ ਇਸ ਚੀਜ਼ 'ਚ। ਸਾਡੇ ਕੋਲ ਇੱਥੇ ਤਾਂ ਜਿਹੜੀਆਂ ਮਸ਼ੀਨਾਂ ਹੈਗੀਆਂ ਮੁੱਢਲੀਆਂ ਹੀ ਨੇ, ਪਰ ਜੇ ਜ਼ਿਆਦਾ ਜਾਣੀ ਬੰਦੇ ਨੇ ਜੇ ਜਾਣਕਾਰੀ ਲੈਣੀ ਹੁੰਦੀ ਹੈ ਜਿਵੇਂ ਮਸ਼ੀਨਾਂ ਦੀ, ਫਿਰ ਜਿਵੇਂ ਸਾਡੇ ਮਹਿਕਮੇ ਅੱਡ ਤਰ੍ਹਾਂ ਦੇ ਮਹਿਕਮੇ ਆ, ਉਹਨਾਂ 'ਚ ਸਾਡੀਆਂ ਵੱਡੀਆਂ ਮਾਈਕਰੋਸਕੋਪ ਨੇ, ਇਲੈਕਟ੍ਰੋਨ ਮਾਈਕਰੋਸਕੋਪ ਨੇ, ਜਿੱਦਾਂ ਉਹਨਾਂ ਦੇ ਫਿਰ ਐਨਾਲਿਸਿਸ ਕਰਦੇ ਅਸੀਂ ਉੱਥੇ ਦੇਖਦੇ ਜਾ ਕੇ। ਜਿੱਦਾਂ ਇੱਥੇ ਲੋਕ MRI ਕਰਾਉਂਦੇ, ਸਾਡੇ ਵੀ MRI ਸੈਂਟਰ ਵਾਲਾ ਕੰਮ ਹੀ ਹੋਇਆ। ਸੋ ਜਿਹੜੇ ਸਾਡੇ ਮਹਿਕਮੇ ਨਾ ਅੱਡ ਤਰ੍ਹਾਂ ਦੇ ਮਹਿਕਮੇ, ਜਿੱਦਾਂ ਸੋਇਲ ਸਾਇੰਸ ਹੋ ਗਿਆ, ਪਲਾਂਟ ਪੈਥੋਲੋਜੀ ਹੋ ਗਿਆ, ਐਂਟੋਮੋਲੋਜੀ ਮਹਿਕਮਾ ਹੋ ਗਿਆ, ਕੀੜਿਆਂ ਵਾਲਾ ਮਹਿਕਮਾ, ਉਹਨਾਂ ਦੇ ਕੋਲ ਜਿਹੜੀਆਂ ਹੈਗੀਆਂ ਨੇ ਫਿਰ ਸਾਰੀਆਂ ਮਸ਼ੀਨਾਂ ਹੈਗੀਆਂ ਜਿੰਨੀਆਂ ਜੇ ਟੈਸਟ ਕਰਨ ਵਾਲੀਆਂ ਹੈਗੀਆਂ, ਸਾਰਾ ਕੁਝ ਟੈਸਟ ਕਰਦੇ ਆ ਉਹ 'ਤੇ। ਮਤਲਬ ਇੱਥੇ ਬਿਮਾਰੀ ਲੱਭੀ ਜਾਂਦੀ ਹੈ? ਹਾਂ, ਬਿਮਾਰੀ ਮੁੱਢਲੀ ਲੱਭ ਕੇ ਫਿਰ ਜੇ ਲੱਛਣ ਬਿਮਾਰੀ ਜੇ ਨਹੀਂ ਵੀ ਲੱਭਦੀ ਤਾਂ ਵੀ ਅਸੀਂ ਉਹਨਾਂ ਕੋਲ ਭੇਜ ਦਿੰਦੇ ਹਾਂ। ਫਿਰ ਉਹ ਫਾਈਨਲ ਜਿਹੜਾ ਡਿਸੀਜ਼ਨ ਹੁੰਦਾ ਵਾ ਉਹ ਵੱਡੀਆਂ ਰਿਪੋਰਟਾਂ ਆਉਣ ਤੋਂ ਬਾਅਦ ਹੁੰਦਾ। ਜਿੱਦਾਂ ਆਪਾਂ ਰਿਪੋਰਟ ਲੈਂਦੇ ਹਾਂ ਨਾ, ਉਹ ਸਾਰੀਆਂ ਰਿਪੋਰਟਾਂ ਕੰਪਾਈਲ ਕਰਕੇ ਵੇਖਦੇ ਹਾਂ, ਫਿਰ ਹੀ ਸਾਡਾ ਡਿਸੀਜ਼ਨ ਹੁੰਦਾ ਵੀ ਕੀ ਹੈਗਾ ਇਹ। ਸੋ ਕਈ ਵਾਰ ਨਹੀਂ ਵੀ ਲੱਗਦਾ ਪਤਾ ਤਾਂ ਸਾਨੂੰ ਇਹ ਵੱਡੇ ਮਾਹਰਾਂ ਦੀ ਰਾਏ ਲੈਣੀ ਪੈਂਦੀ ਆ ਔਰ ਉਹਨਾਂ ਦੇ ਨਾਲ ਗੱਲਬਾਤ ਕਰਕੇ ਫਿਰ ਅਸੀਂ ਉਹਦਾ ਡਿਸੀਜ਼ਨ ਦੇ ਕੇ ਜ਼ਿਮੀਂਦਾਰ ਨੂੰ ਦਿੰਦੇ ਹਾਂ। ਇਹ ਤੋਂ ਬਿਨਾਂ ਜਿਹੜੇ ਸਾਡੇ ਵਿਦਿਆਰਥੀ ਹੈਗੇ ਆ, ਖਾਸ ਕਰਕੇ ਚੌਥੇ ਸਾਲ ਜਾਂ ਵਿੱਚ ਜਿਹੜੇ PhD ਤੋਂ ਡਿਗਰੀ ਕਰਨ ਵਾਲੇ ਹੁੰਦੇ ਆ, BSc ਐਗਰੀਕਲਚਰ ਦੇ ਵਿਦਿਆਰਥੀ ਨੇ, ਉਹਨਾਂ ਦੀਆਂ ਵੀ ਅਸੀਂ ਇੱਥੇ ਕਾਫੀ ਤਰ੍ਹਾਂ ਦੀਆਂ ਟ੍ਰੇਨਿੰਗ ਲਵਾਉਂਦੇ ਹਾਂ। ਉਹਨਾਂ ਨੂੰ ਵੀ ਇੱਥੇ ਲਿਆ ਕੇ ਰੱਖਦੇ ਹਾਂ ਔਰ ਉਹ ਵੀ ਦੇਖਦੇ ਨੇ, ਉਹਨਾਂ ਨੂੰ ਵੀ ਸਿਖਾਉਂਦੇ ਹਾਂ। ਸੋ ਇਹ ਸਾਡਾ ਜਿਹੜਾ ਪਲਾਂਟ ਕਲਿੰਗ ਦਾ ਕੰਸੈਪਟ ਹੈਗਾ, ਇਹ ਬੜਾ ਇਸ ਤਰ੍ਹਾਂ ਦੇ ਗ੍ਰੈਜੂਏਟ ਤਿਆਰ ਕਰਨਾ ਜਿਨ੍ਹਾਂ ਨੂੰ ਪ੍ਰੈਕਟੀਕਲ ਨੌਲੇਜ ਹੋ ਜਾਏ। ਸੋ ਮੇਜਰ ਸਾਡਾ ਇਹ ਇੱਕ ਆਬਜੈਕਟਿਵ ਵੀ ਪੂਰਾ ਕਰਦੇ ਹਾਂ ਅਸੀਂ। ਸੋ ਇਸੇ ਤਰ੍ਹਾਂ ਹੀ ਜਿਹੜੇ ਵੀ ਕੋਈ ਸਮੱਸਿਆ ਹੋਰ ਤੋਂ ਬਿਨਾਂ, ਜਾਂ ਅਸੀਂ ਕਈ ਵਾਰ ਕੀ ਹੁੰਦਾ ਮੈਸੇਜ ਦਿੰਦੇ ਹਾਂ ਵੀ ਬਿਮਾਰੀ ਇਸ ਤਰ੍ਹਾਂ ਆਉਣ ਵਾਲੀ ਆ ਜਾਂ ਆ ਸਕਦੀ ਆ, ਜਾਂ ਕੋਈ ਕੀੜਾ ਇੱਦਾਂ ਹਮਲਾ ਹੋ ਸਕਦਾ। ਜਿਵੇਂ ਹੁਣ ਮੀਂਹ ਪੈਂਦਾ ਕਿਸੇ ਚੀਜ਼ ਦਾ, ਮੀਂਹ ਦਾ ਕੀ ਇਫੈਕਟ, ਕੀ ਚੰਗਾ ਕਿ ਮਾੜਾ, ਮੀਂਹ ਫਸਲਾਂ ਲਈ ਚੰਗਾ ਵਾ ਜਾਂ ਮਾੜਾ ਵਾ। ਗੁਲਾਬੀ ਸੁੰਡੀ ਦਾ ਅਸਰ ਵੀ ਹੋਇਆ, ਜਿਵੇਂ ਗੁਲਾਬੀ ਸੁੰਡੀ ਦੀ ਗੱਲ ਤੁਸੀਂ ਕੀਤੀ ਆ, ਔਰ ਇਸੇ ਤਰ੍ਹਾਂ ਹੀ ਕਣਕ ਦੇ ਵਿੱਚ ਜਿਵੇਂ ਗੁਲਾਬੀ ਸੁੰਡੀ ਦੀ ਗੱਲ ਕੀਤੀ ਸੀ, ਔਰ ਬੜੀਆਂ ਟੀਮਾਂ ਅਸੀਂ ਭੇਜੀਆਂ ਉੱਥੇ ਜਾ ਕੇ, ਔਰ ਬੜਾ ਇਫੈਕਟਿਵਲੀ ਉਹਨੂੰ ਕੰਟਰੋਲ ਕੀਤਾ ਉਸ ਚੀਜ਼ ਨੂੰ। ਔਰ ਕਈ ਵਾਰ ਅਸੀਂ ਦਵਾਈਆਂ ਜਿਹੜੀਆਂ ਹੈਗੀਆਂ ਨੇ, ਕਈ ਵਾਰ ਸਾਡੇ ਕੋਲ ਕਿਸਾਨ ਆ ਜਾਂਦੇ ਆ ਵੀ ਤੁਹਾਡੇ ਕੋਲ ਸਿਫਾਰਿਸ਼ ਕੀਤੀਆਂ ਦਵਾਈਆਂ ਕੰਮ ਨਹੀਂ ਕਰਦੀਆਂ, ਫਿਰ ਅਸੀਂ ਨਵੀਆਂ ਦਵਾਈਆਂ ਵੀ ਦਿੰਦੇ ਹਾਂ ਉਹਨਾਂ ਨੂੰ। ਨਵੀਆਂ ਦਵਾਈਆਂ ਜਿਹੜੀਆਂ ਟੈਸਟ ਕਰਨ ਦੇ ਨਾਲ ਉਹਨਾਂ ਨੂੰ ਉਹ ਸਮੱਸਿਆ ਦਾ ਸਮਾਧਾਨ ਕਰਦੇ ਹਾਂ ਉਸ ਸਮੇਂ ਦੇ ਤਰੀਨ। ਇੱਕ ਸਵਾਲ ਹੋਰ ਆ, ਆਮ ਜਨਤਾ ਦੇ ਨਾਲ ਜੁੜਿਆ ਹੋਇਆ, ਕਿਉਂਕਿ ਘਰਾਂ ਦੇ ਵਿੱਚ ਬੂਟੇ ਛੋਟੇ ਪਾਲੇ ਹੁੰਦੇ ਆ ਜਾਂ ਛੱਤਾਂ 'ਤੇ ਰੱਖੇ ਹੁੰਦੇ ਆ, ਉਹ ਫਿਰ ਕਿੱਦਾਂ ਆਪਣਾ ਬਚਾਅ ਕਰ ਸਕਣ? ਕਿਉਂਕਿ ਉਹਨਾਂ ਨੂੰ ਇਸ ਚੀਜ਼ ਦਾ, ਬਿਮਾਰੀ ਦਾ ਪਤਾ ਨਹੀਂ। ਕਿਸਾਨ ਤੁਹਾਡੇ ਤੱਕ ਲੈ ਕੇ ਆ ਜਾਂਦੇ, ਉਹਨਾਂ ਨੂੰ ਕਿਸ ਤਰੀਕੇ ਦੀ ਅਪੀਲ? ਅਸੀਂ ਇੱਕ ਸਿਫਾਰਿਸ਼ ਕੀਤੀ ਹੋਈ ਹੈ, ਜਿਨ੍ਹਾਂ ਨੇ ਖਾਸ ਕਰਕੇ ਘਰਾਂ ਦੇ ਵਿੱਚ ਬਗੀਚੀ ਲਾਉਂਦੇ ਨੇ, ਘਰੇਲੂ ਬਗੀਚੀ ਦੀ ਸਿਫਾਰਿਸ਼ ਕੀਤੀ ਆ। ਛੱਤਾਂ ਦੇ ਉੱਤੇ ਆਪਣੀ ਜਿਹੜੇ ਬੂਟੇ ਲਾ ਸਕਦੇ ਨੇ, ਉਹਨਾਂ ਨੂੰ ਵੀ ਸਿਫਾਰਿਸ਼ ਕਰਤੀ ਹੈ ਅਸੀਂ ਬਈ ਉਹ ਸਟਰਕਚਰ ਬਣਾ ਕੇ ਦਿੰਦੇ ਹਾਂ, ਆਪਣੇ ਘਰ ਦੇ ਵਿੱਚ ਹੀ ਉਹ ਬਗੀਚੀ ਲਾ ਸਕਦੇ ਛੱਤ ਦੇ ਉੱਤੇ। ਸੋ ਇਹ ਸਿਫਾਰਿਸ਼ਾਂ ਸਾਡੀਆਂ ਹੈਗੀਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ। ਔਰ ਉਹਦੇ 'ਚ ਕੀ ਹੈ, ਜੇ ਕਿਸੇ ਨੂੰ ਘਰੇ ਸਮੱਸਿਆ ਆਉਂਦੀ ਆ ਤਾਂ ਬੜਾ ਵਧੀਆ ਸੌਖਾ ਕੰਮ ਆ, ਟੈਲੀਫੋਨ ਲਾਓ, ਟੈਲੀਫੋਨ 'ਤੇ ਆਪਣਾ ਡਿਸਕਸ਼ਨ ਕਰ ਲਓ। ਜੇ ਨਹੀਂ ਟੈਲੀਫੋਨ ਤੋਂ ਤੁਹਾਨੂੰ ਲੱਗਦਾ ਵਾ, ਤੁਸੀਂ ਆਪ ਹੀ ਬੂਟਾ ਦਿਖਾ ਸਕਦੇ ਆ ਕੇ। ਜਿਹੜੇ ਲੁਧਿਆਣੇ ਦੇ ਤਕਰੀਬਨ ਅਸੀਂ ਕਾਫੀ ਜਿਹੜੇ ਹੈਗੇ ਆ ਰੈਜ਼ੀਡੈਂਸ ਨੇ, ਜਿਹੜੇ ਆਪਣੇ ਘਰੇ ਬਗੀਚੀ ਲਾਉਂਦੇ ਆ, ਛੱਤਾਂ ਦੇ ਬਗੀਚੀ ਲਾਉਂਦੇ ਨੇ, ਉਹ ਵੀ ਸਾਡੇ ਕੋਲ ਆਉਂਦੇ ਨੇ। ਉਹਨਾਂ ਨੇ ਕਿਸੇ ਨੇ ਇੱਕ ਬੂਟਾ ਲਾਇਆ, ਕਿਸੇ ਨੇ 2 ਬੂਟੇ ਲਾਏ ਆ, ਜਾਂ ਕਿਸੇ ਦਾ ਕਿੰਨੋਂ ਝੜੀ ਜਾਂਦਾ, ਜਿੱਦਾਂ ਉਹ ਬਹੁਤ ਸਮੱਸਿਆ ਲੈ ਕੇ ਸਾਡੇ ਕੋਲ ਇਸ ਤਰ੍ਹਾਂ ਆਉਂਦੇ ਆ। ਕਈ ਵਾਰ ਨੇ ਉਹਦੇ 'ਚ ਕਈ ਮਕੈਨੀਕਲ ਕੰਮ ਵੀ ਹੁੰਦੇ ਵਿੱਚ। ਕਿਸੇ ਨੇ ਜਿਹੜਾ ਬੂਟਾ ਲਾਇਆ, ਕਿਸੇ ਨੇ ਕੰਧ ਦੇ ਨੇੜੇ ਲਾਇਆ, ਕਿਸੇ ਨੇ ਕੰਧ ਦੂਰ ਲਾਇਆ, ਕਿਸੇ ਨੇ ਛੱਤ 'ਤੇ ਲਾਇਆ ਆ। ਸੋ ਇਹਨਾਂ ਚੀਜ਼ਾਂ ਨੂੰ ਵੇਖਦੇ ਹੋਏ ਅਸੀਂ ਡਿਸੀਜਨ ਲੈਂਦੇ ਹਾਂ ਵੀ ਕਾਰਨ ਕੀ ਹੋ ਸਕਦਾ। ਜਿੱਦਾਂ ਹੁਣ ਕਈਆਂ ਨਿੰਬੂ ਲੱਗੇ ਹੋਏ ਨੇ, ਨਿੰਬੂ ਝੜੀ ਜਾਂਦੇ ਆ, ਨਿੰਬੂ ਪਾੜ ਜਾਂਦੇ ਨੇ। ਸੋ ਇਹ ਤਰ੍ਹਾਂ ਦੀਆਂ ਸਮੱਸਿਆਵਾਂ ਸਾਡੇ ਕੋਲ ਆਉਂਦੀਆਂ ਜਦੋਂ ਇੱਥੇ ਲੋਕਲ ਜਿਨ੍ਹਾਂ ਨੇ 1-2 ਬੂਟੇ ਲਾਏ ਨੇ, ਉਹ ਵੀ ਅਸੀਂ ਹੱਲ ਕਰਦੇ ਹਾਂ, ਉਹ ਵੀ ਸਾਡੇ ਕੋਲ ਫਾਇਦਾ ਲੈਂਦੇ ਨੇ। ਔਰ ਉਹ ਜਿਹੜੇ ਮਤਲਬ ਕਿਸਾਨ ਹੈਗੇ ਨੇ, ਕਿਸਾਨਾਂ ਦੇ ਵਾਸਤੇ ਹੈਗੀ ਯੂਨੀਵਰਸਿਟੀ 'ਤੇ ਕੰਮ ਕਰਦੇ ਹਾਂ ਅਸੀਂ। ਬਾਕੀ ਆਮ ਲੋਕਾਂ ਵਾਸਤੇ ਵੀ ਸਾਡੀ ਯੂਨੀਵਰਸਿਟੀ ਖੁੱਲ੍ਹੀ ਆ, ਔਰ ਇਹ ਆਮ ਲੋਕ ਵੀ ਸਾਡੇ ਕੋਲ ਆਉਂਦੇ, ਜਿਹੜੇ 1 ਨੰਬਰ ਗੇਟ ਤੋਂ ਐਂਟਰ ਕਰਦਾ ਔਰ ਪੁੱਛ ਲੈਂਦਾ ਵੀ ਸਾਡੀ ਸਮੱਸਿਆ, ਅਤੇ ਉਹ ਆਪਣੇ ਆਪ ਹੀ ਸਾਡੇ ਕੋਲ ਭੇਜ ਦਿੰਦੇ ਆ। ਅਤੇ ਸਾਡੇ ਕੋਲ ਵੀ ਕਈ ਵਾਰ ਜਿਹੜਾ ਹੈਗਾ ਉਹਦਾ ਸਮਾਧਾਨ ਜੇ ਨਹੀਂ ਹੁੰਦਾ ਗਾ, ਤਾਂ ਫਿਰ ਅਸੀਂ ਉਹਦੇ ਸਪੈਸੀਫਿਕ ਮਾਹਰ ਨੂੰ ਭੇਜ ਦਿੰਦੇ ਹਾਂ।
ਸੋ ਇਹ ਪਲਾਂਟ ਕਲਿਨਿਕ ਦਾ ਬੇਸ ਕੰਸੈਪਟ ਹੈਗਾ ਔਰ ਕਿਸਾਨਾਂ ਨੂੰ ਇਹਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ। ਔਰ ਸਾਡਾ ਨੰਬਰ 517 ਐਕਸਟੈਂਸ਼ਨ 240 1960 417 ਸਾਡੀ ਐਕਸਟੈਂਸ਼ਨ ਹੈ, ਠੀਕ ਆ। ਸੋ ਇਸ ਕਰਕੇ ਜਿਹੜਾ ਇਹਦਾ ਫਾਇਦਾ ਜ਼ਰੂਰ ਲਓ ਤੁਸੀਂ। ਸੋ ਸਾਫ਼ ਤੌਰ ਤੇ ਡਾਕਟਰ KB ਸਿੰਘ ਜਿਨ੍ਹਾਂ ਨੇ ਦੱਸਿਆ ਕਿ ਲੁਧਿਆਣਾ ਦੇ ਵਿੱਚ ਜਿਹੜਾ ਪੇੜ ਪੌਦਿਆਂ ਦਾ ਹਸਪਤਾਲ ਖੁੱਲ੍ਹਿਆ ਹੈ, ਉੱਥੇ ਜਿੱਥੇ ਕਿਸਾਨ ਇਸ ਦਾ ਫਾਇਦਾ ਲੈਂਦੇ ਨੇ, ਕਿਸਾਨ ਆਪਣੇ ਕ੍ਰੌਪਸ ਲਿਆ ਕੇ ਜਿਹੜੇ ਸੈਂਪਲ ਦਿੰਦੇ ਨੇ ਔਰ ਉਸ ਤੋਂ ਬਾਅਦ ਉਸ ਦੀ ਜਾਂਚ ਹੁੰਦੀ ਹੈ ਔਰ ਇਲਾਜ ਉਸ ਦਾ ਲੱਭਿਆ ਜਾਂਦਾ, ਉਸ ਦੀ ਦਸ਼ਾ ਲੱਭੀ ਜਾਂਦੀ ਹੈ, ਬਿਮਾਰੀ ਲੱਭੀ ਜਾਂਦੀ ਹੈ ਕਿ ਆਖਿਰ ਕੀ ਉਸ ਦੇ ਵਿੱਚ ਕਮੀਆਂ ਨੇ, ਕੀ ਉਹਦੇ ਵਿੱਚ ਬਿਮਾਰੀਆਂ ਨੇ, ਉਸ ਨੂੰ ਲੱਭਿਆ ਜਾਂਦਾ। ਔਰ ਇੱਕ ਵਾਰ ਫਿਰ ਤੋਂ ਤੁਹਾਨੂੰ ਦਿਖਾ ਦਈਏ ਕਿ ਇਹ ਕ੍ਰੌਪਸ ਜਿਹੜੇ ਰੱਖੇ ਹੋਏ ਨੇ, ਸੈਂਪਲ ਰੱਖੇ ਹੋਏ ਨੇ, ਕਿਉਂਕਿ ਸਟੂਡੈਂਟਸ ਵੀ ਜਿਹੜੇ ਯੂਨੀਵਰਸਿਟੀ ਦੇ ਵਿੱਚ ਕਾਫੀ ਆਉਂਦੇ ਨੇ ਔਰ ਇੱਥੋਂ ਆ ਕੇ ਸਾਰਾ ਦੇਖ ਕੇ ਜਾਂਦੇ ਨੇ, ਸਿੱਖ ਕੇ ਜਾਂਦੇ ਨੇ। ਸੋ ਉਹਨਾਂ ਨੇ ਦੱਸਿਆ ਹੈ ਕਿ ਆਮ ਲੋਕਾਂ ਨੂੰ ਵੀ ਉਹ ਅਪੀਲ ਕਰਦੇ ਨੇ। ਉਹਨਾਂ ਨੇ ਇੱਕ ਨੰਬਰ ਵੀ ਜਾਰੀ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਹਰ ਕੋਈ ਵਿਅਕਤੀ ਜਿਹੜਾ ਇਸ ਦੀ ਸਲਾਹ ਲੈ ਸਕਦਾ ਔਰ ਇਹ ਐਕਸਰਾ ਮਸ਼ੀਨ ਜਿਹੜੀ ਜੀ ਐਕਚੁਅਲੀ ਇਹ ਸਾਡੇ ਕੋਲ ਮਸ਼ੀਨ ਹੈਗਾ, ਸਾਡੇ ਕੋਲ ਜਿਹੜਾ ਕਿਸਾਨਾਂ ਦੀ ਫਸਲਾਂ ਸੰਬੰਧੀ, ਇਹਦੇ 'ਚ ਅਸੀਂ ਨਾ ਸਾਰੇ ਤਰ੍ਹਾਂ ਦੇ ਫੋਟੋਗ੍ਰਾਫਸ ਪਾਏ ਆ, ਬਿਮਾਰੀਆਂ ਦੇ ਵੀ, ਕੀੜਿਆਂ ਦੇ ਵੀ। ਤੇ ਉਹ ਕਈ ਵਾਰ ਕੀ ਹੁੰਦਾ, ਜ਼ਿਮੀਂਦਾਰ ਆਪਣੇ ਆਪ ਆ ਕੇ ਵੇਖਦਾ, ਉਹ ਅਸੀਂ ਉਹਨੂੰ ਵਿਖਾ ਵੀ ਲੈਂਦੇ ਹਾਂ ਵੀ ਤੇਰੀ ਆਹ ਸਮੱਸਿਆ ਤਾਂ ਨਹੀਂ, ਇਸ ਤਰ੍ਹਾਂ ਤਾਂ ਨਹੀਂ ਵਿਖਾਈ ਦਿੰਦਾ ਤੈਨੂੰ। ਕਈ ਵਾਰਾਂ ਜੇ ਪੱਤੇ ਵੀ ਲੈ ਕੇ ਆਉਂਦਾ ਜਾਂ ਕਈ ਵਾਰ ਉੱਦਾਂ ਹੀ ਫਾਰਮਰ ਆ ਜਾਂਦਾ ਸਾਡੇ ਕੋਲ ਬਿਨਾਂ ਸੈਂਪਲ ਤੋਂ, ਪਲਾਂਟ ਸੈਂਪਲ ਤੋਂ। ਤੇ ਫਿਰ ਅਸੀਂ ਕੀ ਕਰਦੇ ਹਾਂ, ਆਹ ਸਾਡਾ ਕਿਊਸਕ ਆ, ਇੱਥੇ ਕਿਸਾਨ ਨੂੰ ਸਾਰੇ ਜਿਹੜੇ ਸਿੰਪਟਮ ਹੁੰਦੇ ਨੇ, ਜਿਹੜੇ ਮਤਲਬ ਚੀਜ਼ਾਂ ਹੈ, ਘਾਟਾਂ ਨੇ ਜਾਂ ਵਾਧਾਂ ਨੇ ਜਾਂ ਬਿਮਾਰੀਆਂ ਨੇ, ਕੀੜੇ ਆ, ਉਹਨਾਂ ਦੀ ਪਛਾਣ ਕਰਾਉਣ ਵਾਸਤੇ ਸਾਡੇ ਕੋਲ ਇਹ ਸਾਰਾ ਸਿਸਟਮ ਆ। ਜਿੱਦਾਂ ਆਹ ਤੁਸੀਂ ਦੇਖੋਗੇ ਵੀ ਜਿੱਦਾਂ ਕੋਈ ਬੈਕਟੀਰੀਅਲ ਬਲਾਈਟ ਹੈਗੀ, ਜਿੱਦਾਂ ਆਹ ਦਿਖਾਇਆ ਵਾ, ਇਹਦੇ ਸਿੰਪਟਮ ਦਿਖਾਇਆ ਜ਼ਿਮੀਂਦਾਰ ਨੂੰ, ਵੀ ਉਹਨੂੰ ਪੁੱਛ ਲਈਦਾ ਦਿਖਾ ਕੇ ਵੀ ਤੇਰਾ ਇਸ ਤਰ੍ਹਾਂ ਦਾ ਨਹੀਂ ਹੈਗਾ, ਤੇਰਾ ਇਸ ਤਰ੍ਹਾਂ ਦਾ ਨਹੀਂ ਹੈਗਾ। ਸੋ ਉਹ ਚੀਜ਼ਾਂ ਨੂੰ ਵਿਖਾ ਕੇ ਜਦੋਂ ਅਸੀਂ ਕਿਸਾਨਾਂ ਨੂੰ ਗੱਲ ਕਰਦੇ ਹਾਂ ਤਾਂ ਉਹਦੇ ਨਾਲ ਸਾਨੂੰ ਕਿਸਾਨ ਦੇ ਜਿਹੜਾ ਤਜਰਬਾ ਹੈਗਾ ਉਹਦਾ ਫਾਇਦਾ ਵੀ ਲੈ ਲੈਂਦੇ ਹਾਂ ਅਸੀਂ। ਸੋ ਇਹਦੇ ਕਰਕੇ ਇਹ ਜਿਹੜੀ ਸਾਡੀ ਮੇਨ ਹੈਗੀ ਹੈ ਨਾ, ਇਹ ਹਰ ਤਰ੍ਹਾਂ ਦੀ ਮਤਲਬ ਕੀੜਿਆਂ ਬਾਰੇ ਵੀ ਆ, ਬਿਮਾਰੀਆਂ ਬਾਰੇ ਵੀ ਆ, ਵਿਲਟ ਬਾਰੇ ਜਿੱਦਾਂ ਆ ਗਿਆ, ਇਸ ਤਰ੍ਹਾਂ ਹੀ ਆਹ ਸਾਰੇ ਸਿੰਪਟਮ ਨੇ। ਫਿਰ ਅਸੀਂ ਇਲਾਜ ਵੀ ਦਿਖਿਆ ਨਾਲ ਉਹਦੇ 'ਚ, ਫਿਰ ਇਲਾਜ ਵੀ ਦੱਸ ਦੇਣਾ। ਮੇਜਰ ਇਹਦਾ ਕੰਮ ਇਹ ਸਿਰਫ ਆਈਡੈਂਟੀਫਿਕੇਸ਼ਨ ਵਾਸਤੇ ਆ ਵੀ ਜਦੋਂ ਜ਼ਿਮੀਂਦਾਰ ਆਉਂਦਾ ਵੀ ਉਹਨੂੰ ਜੇ ਫਰਜ਼ ਕਰੋ ਨਦੀਨ ਆ ਖੇਤ 'ਚ, ਤਾਂ ਨਦੀਨ ਦੇ ਕਈ ਕਿਸਮਾਂ ਨੇ, ਉਹ ਕਿਸਮਾਂ ਵਿਖਾ ਕੇ ਫਿਰ ਨਦੀਨਾਂ ਵਾਲੀਆਂ ਸੀ ਉਹਨੂੰ ਉਹ ਵੇਖੀ ਜਾਂਦਾ ਵੀ ਆਹ ਤਾਂ ਨਹੀਂ ਹੈਗਾ, ਦੇਖ ਇਹਦੇ ਨਾਲ ਮਿਲਦਾ, ਇਹਦੇ ਨਾਲ ਮਿਲਦਾ। ਜੇ ਤਾਂ ਬੂਟਾ ਲਿਆਂਦਾ ਫਿਰ ਤਾਂ ਬੜਾ ਵਧੀਆ। ਕਈ ਵਾਰ ਸਾਡੇ ਕੋਲ ਵੈਸੇ ਹੀ ਆ ਜਾਂਦਾ, ਤਾਂ ਫਿਰ ਉਹਦੇ ਲਈ ਸਾਨੂੰ ਇਹ ਜਿਹੜਾ ਜਾਣਕਾਰੀ ਦੇ ਰੱਖੀ, ਹਾਂ ਡੰਮੀ ਫੋਟੋ ਰੱਖੀਆਂ ਆ ਔਰ ਫੋਟੋਗ੍ਰਾਫਸ ਅਸੀਂ ਦਿਖਾ ਕੇ ਫਿਰ ਉਹਦੇ ਨਾਲ ਮੈਚਿੰਗ ਵੀ ਕਰਾ ਦਿੰਦੇ ਉਹਦੀ ਵੀ, ਹਾਂ ਤੇ ਫਿਰ ਉਹ ਸਮਝ ਵੀ ਜਾਂਦਾ। ਉਹ ਫਿਰ ਉਹਨੂੰ ਸਮਝਾਉਣ ਦਾ ਤਰੀਕਾ, ਉਹਨੂੰ ਪੜ੍ਹਾਉਣ ਦਾ ਤਰੀਕਾ ਇਹ ਆ। ਹਾਂਜੀ, ਸੋ ਇਹ ਮਸ਼ੀਨ ਉਹਦੇ ਲਈ ਹੈਗੀ ਆ, ਕਿਊਸਕ ਬਣਾਇਆ ਇਹ। ਸੋ ਜ਼ਿਮੀਂਦਾਰਾਂ ਦੇ ਫਾਇਦੇ ਲਈ ਫਿਰ ਸਾਡੇ ਕੋਲ ਬਹੁਤ ਸਾਰੇ ਸਿੰਪਟਮ ਨੇ ਦਿਖਾਏ ਹੋਏ, ਲਾਈਵ ਡੇ ਸੈਂਪਲ ਹੈ। ਲਾਈਵ ਸੈਂਪਲ ਦਾ ਮਤਲਬ ਇਹ ਆ ਵੀ ਕਈ ਵਾਰ ਉਹ ਸਾਡੇ ਕੋਲ ਰੱਖੇ ਸੈਂਪਲ ਨੇ, ਨਵੀਂ ਚੀਜ਼ ਆਉਂਦੀ ਕੋਈ ਜ਼ਿਮੀਂਦਾਰ ਲੈ ਕੇ, ਫਿਰ ਅਸੀਂ ਫੋਟੋ ਖਿੱਚ ਲੈਂਦੇ ਉਹਦੀ। ਉਹ ਤੋਂ ਬਾਅਦ ਫਿਰ ਅਸੀਂ ਆਪਣੇ ਕੋਲ ਪੱਕੀ ਰੱਖ ਲੈਂਦੇ ਵੀ ਆਹ ਵੀ ਇੱਕ ਐਡ ਕਰ ਲਓ। ਸਾਡੇ ਕੋਲ ਕਰੈਕਸ਼ਨ ਹੋ ਜਾਂਦੀ ਹੈ ਹਰ ਸਾਲ। ਸੋ ਇਸ ਤਰ੍ਹਾਂ ਜਿਹੜੀਆਂ ਕਲੈਕਸ਼ਨਸ ਆਉਂਦੀਆਂ ਨੇ, ਨਵੀਆਂ ਚੀਜ਼ਾਂ ਆਉਂਦੀਆਂ ਨੇ, ਉਹ ਵੀ ਅਸੀਂ ਇਹ 'ਚ ਐਡ ਕਰੀ ਜਾਂਦੇ ਹਾਂ। ਇਹਦਾ ਫਾਇਦਾ ਸਾਨੂੰ। ਸੋ ਕਿਸਾਨਾਂ ਨੂੰ ਅਪੀਲ ਕੀਤੀ ਹੈ ਔਰ ਕਿਹਾ ਕਿ ਜਿੱਥੇ ਕਿਸਾਨ ਆਪਣੇ ਖੇਤਾਂ ਦੇ ਵਿੱਚ ਪੇੜ ਪੌਦਿਆਂ ਤੋਂ ਇਲਾਵਾ ਜਿਹੜੀ ਫਸਲਾਂ ਨੂੰ ਪੇਸ਼ ਆ ਰਹੀਆਂ ਬਿਮਾਰੀਆਂ ਨੇ ਜਾਂ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਕਮੀ ਹੈ, ਉਹ ਲਿਆ ਕੇ ਇੱਥੇ ਦਿਖਾ ਸਕਦੇ ਨੇ। ਤਾਂ ਉਹਨਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਜਿਹੜੇ ਘਰਾਂ ਦੇ ਵਿੱਚ ਆਪਣੀਆਂ ਛੱਤਾਂ ਦੇ ਉੱਤੇ ਛੋਟੀ ਛੋਟੀ ਬਗੀਚੀ ਜਾਂ ਛੋਟੇ ਛੋਟੇ ਪੇੜ ਪੌਦੇ ਲਗਾਉਂਦੇ ਨੇ ਔਰ ਉਹਨਾਂ ਨੂੰ ਵੀ ਅਗਰ ਕਿਸੇ ਕਿਸਮ ਦੀ ਦਿੱਕਤ ਆਉਂਦੀ ਹੈ ਤਾਂ ਉਹ ਵੀ ਯੂਨੀਵਰਸਿਟੀ ਦੇ ਮਾਹਰਾਂ ਦੇ ਨਾਲ ਗੱਲਬਾਤ ਕਰ ਸਕਦੇ ਨੇ। ਲੁਧਿਆਣਾ ਤੋਂ ਰਜਿੰਦਰ ਅਰੋੜਾ, ਗਲੋਬਲ ਪੰਜਾਬ TV।